chapter 7, 8, class 6, Ashoka, the emperor who gave up war. In this chapter, we will read about Emperor Ashoka who gave up war. Gave up war मतलब जिन्हें लड़ाई करन तो मना करता सी। ਇਹਦੇ ਵਿੱਚ ਇੱਕ ਸਟੋਰੀ ਦਿੱਤੀ ਹੈ। ਰੋਸ਼ਨ ਸੀਗਾ ਬੱਚਾ ਸੀ ਜਿਹੜਾ, ਉਸਦੇ ਗ੍ਰੈਂਡਫਾਦਰ ਨੇ ਉਸਦੇ ਬਰਥਡੇ ਤੇ ਕ੍ਰਿਸਪ ਨੋਟਸ ਉਸਨੂੰ ਦਿੱਤੇ, ਪਰ ਉਹ ਬੁਰੀ ਤਰ੍ਹਾਂ ਜਾਂਦੀ ਹੈ ਚਾਹੁੰਦੀ ਸੀ ਉਹ ਵੀ ਉਹ ਇੱਕ ਨਿਊ CD ਖਰੀਦੇ। ਠੀਕ ਹੈ। ਸ਼ੀ ਆਲਸੋ ਵਾਂਟਡ ਟੂ ਜਸਟ ਸੀ ਐਂਡ ਫੀਲ ਦਾ ਬ੍ਰੈਂਡ ਨਿਊ ਨੋਟਸ, ਪਰ ਉਹ ਨਵੇਂ ਜਿਹੜੇ ਨੋਟਸ ਸੀ ਉਹਨਾਂ ਨੂੰ ਫੀਲ ਕਰਨਾ ਚਾਹੁੰਦੀ ਸੀ। ਉਸਨੇ ਕੀ ਨੋਟਿਸ ਕੀਤਾ ਵੀ ਨੋਟਸ ਦੇ ਉੱਪਰ ਗਾਂਧੀ ਦਾ ਸਮਾਈਲਿੰਗ ਫੇਸ ਹੈ, ਗਾਂਧੀ ਜੀ ਦਾ, ਤੇ ਉਹਨੇ ਟਾਈਨੀ ਸੈੱਟ ਆਫ ਲਾਈਨਸ ਦੇਖ ਕੇ ਲੈਫਟ ਸਾਈਡ ਤੇ ਵਟ ਵਰ ਦਾ ਲਾਈਨਸ ਦੇਅਰ ਫॉर, ਉਹ ਸੋਚਣ ਲੱਗੀ ਵੀ ਲਾਈਨਸ ਕਿਉਂ ਨੇਗੇ ਲੈਫਟ ਸਾਈਡ ਦੇ ਉੱਪਰ। ਅਸੀਂ ਇਹਦੇ ਬਾਰੇ ਹੀ ਰੀਡ ਕਰਾਂਗੇ। ਏ ਵੇਰੀ ਬਿਗ ਕਿੰਗਡਮ ਐਂਡ ਇੰਪਾਇਰ, ਬਹੁਤ ਬੜੇ ਕਿੰਗਡਮ ਨੂੰ ਇੰਪਾਇਰ ਕਹਿੰਦੇ ਨੇ। ਦ ਲਾਈਨਸ ਦੈਟ ਵੀ ਸੀ ਔਨ ਆਰ ਨੋਟਸ ਐਂਡ ਕੁਆਇਨਸ ਹੈਵ ਅ ਲੌਂਗ ਹਿਸਟਰੀ, ਜਿਹੜੇ ਲਾਈਨਸ ਅਸੀਂ ਆਪਣੇ ਨੋਟਸ ਤੇ ਕੁਆਇਨਸ ਦੇ ਉੱਪਰ ਦੇਖਦੇ ਹਾਂ ਉਹਦੀ ਇੱਕ ਬਹੁਤ ਲੰਬੀ ਹਿਸਟਰੀ ਆ। ਬੱਚੇ ਸਾਰੇ ਬੱਚੇ ਨੋਟਸ ਦੇਖੋ, ਕੁਆਇਨਸ ਦੇਖੋ, ਉਹਦੇ ਉੱਪਰ ਲਾਈਨ ਦੀ ਪਿਕਚਰ ਬਣੀ ਹੋਏਗੀ। ਦੇ ਵਰ ਕਾਰਵਡ ਇਨ ਸਟੋਨ ਐਂਡ ਪਲੇਸਡ ਔਨ ਟੌਪ ਆਫ ਏ ਮੈਸਿਵ ਸਟੋਨ ਪਿਲਰ ਐਟ ਸਾਰਨਾਥ। ਸਭ ਤੋਂ ਪਹਿਲਾਂ ਇਹ ਕਿੱਥੇ ਬਣਿਆ ਹੋਇਆ ਸੀਗਾ? ਅਸ਼ੋਕ ਪਿਲਰ ਸਟੋਨ ਪਿਲਰ ਦੇ ਉੱਪਰ ਬਣੇ ਹੋਏ ਸੀ ਇਹ ਇੱਕ ਥੰਬਲੇ ਦੇ ਉੱਪਰ ਸਾਰਨਾਥ ਦੇ ਵਿੱਚ। Ashoka was one of the greatest ruler known to history, and on his instructions, inscriptions were inscribed on pillars as well as on rock surfaces. Ashoka ਸੀ ਜਿਹੜਾ ਇੱਕ ਬਹੁਤ ਮਹਾਨ ਰੂਲਰ ਸੀ ਉਹ ਹਿਸਟਰੀ ਦਾ, ਔਰ ਉਸ ਦੀਆਂ ਜਿਹੜੀਆਂ ਪਿੱਲਰ ਦੇ ਉੱਪਰ ਬਹੁਤ ਅੱਛੀਆਂ ਇਨਸਕ੍ਰਿਪਸ਼ਨਸ ਬਣੀਆਂ ਹੋਈਆਂ, ਰੌਕ ਸਰਫੇਸਿਸ ਦੇ ਉੱਪਰ ਬਣੀਆਂ ਹੋਈਆਂ, ਪਿੱਲਰਸ ਦੇ ਉੱਪਰ ਬਣੀਆਂ ਹੋਈਆਂ, ਸਾਨੂੰ ਬਹੁਤ ਅੱਛੀਆਂ ਚੀਜ਼ਾਂ ਮਿਲੀਆਂ ਨੇ। ਬਿਫੋਰ ਵੀ ਫਾਈਂਡ ਆਊਟ ਵਟ ਵਾਜ਼ ਰਿਟਨ ਇਨ ਦੀਜ਼ ਇਨਸਕ੍ਰਿਪਸ਼ਨਸ, let us see why his kingdom was called an empire। ਕਹਿੰਦਾ ਇਹ ਇਨਸਕ੍ਰਿਪਸ਼ਨਸ ਬਾਰੇ ਵੀ ਇਹ ਕਿਵੇਂ ਲਿਖੀਆਂ ਗਈਆਂ ਸੀ, ਇਹਨਾਂ ਬਾਰੇ ਲੱਭਣ ਤੋਂ ਪਹਿਲਾਂ ਅਸੀਂ ਇਹ ਰੀਡ ਕਰਾਂਗੇ ਵੀ ਉਸਦੇ ਕਿੰਗਡਮ ਨੂੰ ਇੰਪਾਇਰ ਕਿਉਂ ਕਿਹਾ ਜਾਂਦਾ ਸੀ, ਮਤਲਬ ਕਿ ਇੱਕ ਵੱਡਾ ਕਿੰਗਡਮ ਕਿਉਂ ਕਿਹਾ ਜਾਂਦਾ ਸੀ। The empire that Ashoka ruled was founded by his grandfather ਚੰਦਰਗੁਪਤ ਮੌਰਿਆ। ਉਹਦੇ ਗ੍ਰੈਂਡਫਾਦਰ ਦਾ ਨੇਮ ਕੀ ਸੀ ਅਸ਼ੋਕਾ ਦੇ? ਚੰਦਰਗੁਪਤ ਮੌਰਿਆ। ਉਹਨਾਂ ਨੇ more than 2300 ਈਅਰਸ ਐਗੋ ਉਹਨਾਂ ਨੇ ਫਾਈਂਡ ਆਊਟ ਕੀਤਾ ਸੀਗਾ। ਚੰਦਰਗੁਪਤਾ ਵਾਜ ਸਪੋਰਟਡ ਬਾਈ ਏ ਵਾਈਜ਼ ਮੈਨ ਨੇਮਡ ਚਾਣਕਿਆ, ਔਰ ਸਪੋਰਟਡ ਬਾਈ ਏ ਵਾਈਜ਼ ਮੈਨ ਨੇਮਡ ਚਾਣਕਿਆ। ਚੰਦਰਗੁਪਤ ਸੀਗਾ ਜਿਹੜਾ, ਉਸਨੂੰ ਇੱਕ ਬਹੁਤ ਸਿਆਣੇ ਆਦਮੀ ਚਾਣਕਿਆ, ਤੇ ਉਸਦਾ ਅਦਰ ਨੇਮ ਕੀ ਸੀ? ਕੌਟਲਿਆ। ਵਾਈਜ਼ ਮੈਨ ਔਰ ਜਾਂ ਕੀ ਮੈਨ ਸੀ ਉਸਦਾ ਜਿਹੜਾ, ਉਹ ਚਾਣਕਿਆ ਤੇ ਕੌਟਲਿਆ ਸੇਮ, ਮਤਲਬ ਕਿ ਇਹ ਦੋਨੋਂ ਮੈਨ ਸੇਮ ਨੇਮ ਨੇ। ਚਾਣਕਿਆ ਨੂੰ ਕੌਟਲਿਆ ਵੀ ਕਿਹਾ ਜਾਂਦਾ ਹੈ। ਮੈਨੀ ਆਫ ਚਾਣਕਿਆਜ਼ ਆਈਡੀਆਜ਼ ਵਰ ਰਿਟਨ ਡਾਊਨ ਇਨ ਬੁੱਕ ਕਾਲਡ ਅਰਥ ਸ਼ਾਸਤਰਾ। ਬਹੁਤ ਸਾਰੇ ਜਿਹੜੇ ਚਾਣਕਿਆ ਦੇ ਆਈਡੀਆਜ਼ ਨੇ ਉਹ ਅਰਥ ਸ਼ਾਸਤਰਾ ਦੇ ਵਿੱਚ ਲਿਖੇ ਗਏ ਨੇ। ਉਸਨੇ ਇੰਡੀਆ ਨੂੰ ਐਕਸਪਲੇਨ ਕੀਤਾ ਹੈ, ਇੰਡੀਆ ਨੂੰ ਡਿਵਾਈਡ ਕੀਤਾ ਹੈ 2 ਪਾਰਟਸ ਦੇ ਵਿੱਚ, ਨਾਰਥ ਵੈਸਟ ਤੇ ਸਾਊਥ ਪਾਰਟ ਦੇ ਵਿੱਚ। ਵੈਨ ਮੈਂਬਰਸ ਆਫ ਦ ਸੇਮ ਫੈਮਿਲੀ ਬਿਕਮਸ ਰੂਲਰ ਵਨ ਆਫਟਰ ਅਨਦਰ, ਦ ਫੈਮਿਲੀ ਇਜ਼ ਆਫਨ ਕਾਲਡ ਏ ਡਾਇਨੈਸਟੀ। ਜਦੋਂ ਕਿਸੇ ਵੀ ਰਾਜ ਦੇ ਉੱਪਰ ਇੱਕੋ ਹੀ ਫੈਮਿਲੀ ਦੇ ਲੋਕ ਰਾਜ ਕਰਦੇ ਨੇ ਤਾਂ ਉਸ ਨੂੰ ਡਾਇਨੈਸਟੀ ਕਹਿੰਦੇ ਆ। ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਦੂਸਰਾ ਸੇਮ ਡਾਇਨੈਸਟੀ ਨੂੰ ਬਿਲੋਂਗ ਕਰਦੇ ਨੇ ਤਾਂ ਉਸ ਨੂੰ ਕੀ ਕਹਿੰਦੇ ਨੇ? ਡਾਇਨੈਸਟੀ ਕਹਿੰਦੇ ਨੇ। ਦ ਮੌਰਿਆਸ ਵਰ ਏ ਡਾਇਨੈਸਟੀ ਵਿਦ 3 ਇੰਪੋਰਟੈਂਟ ਰੂਲਰਸ। ਉਹਨਾਂ ਦੇ 3 ਮਹਾਨ ਰੂਲਰ ਹੋਏ ਨੇ, ਚੰਦਰਗੁਪਤਾ, ਹਿਜ਼ ਸਨ ਬਿੰਦੂਸਾਰਾ, ਐਂਡ ਬਿੰਦੂਸਾਰਾ ਸਨ ਅਸ਼ੋਕਾ। ਅਸ਼ੋਕਾ ਦੇ ਦਾਦਾ ਜੀ ਸੀ ਚੰਦਰਗੁਪਤ ਮੌਰਿਆ। ਚੰਦਰਗੁਪਤਾ, ਉਸ ਤੋਂ ਬਾਅਦ ਉਹਨਾਂ ਦਾ ਬੇਟਾ ਬਿੰਦੂਸਾਰਾ, ਤੇ ਬਿੰਦੂਸਾਰਾ ਦਾ ਪੁੱਤਰ ਅਸ਼ੋਕਾ। ਮੌਰਿਆ ਡਾਇਨੈਸਟੀ ਨੂੰ ਦੇ ਫਸਟ ਐਂਪਰਰ ਚੰਦਰਗੁਪਤ ਮੌਰਿਆ ਸੀ। ਦੇਅਰ ਵਰ ਸੈਵਰਲ ਸਿਟੀਜ਼ ਇਨ ਦ ਅੰਪਾਇਰ। ਤੁਸੀਂ ਮੈਪ ਦੇ ਵਿੱਚ ਨੀਚੇ ਦੇਖੋ, ਬਹੁਤ ਸਾਰੀਆਂ ਸਿਟੀਜ਼ ਨੇ ਜਿਹੜੀਆਂ ਬਲੈਕ ਡਾਟਸ ਦੇ ਨਾਲ ਮਾਰਕ ਕੀਤੀਆਂ ਗਈਆਂ ਨੇ। ਥੀਜ਼ ਇਨਕਲੂਡਡ ਦਾ ਕੈਪੀਟਲ ਪਾਟਲੀਪੁਤਰਾ, ਟੈਕਸਿਲਾ ਐਂਡ ਉਜੈਨ। ਟੈਕਸਿਲਾ ਵਾਜ਼ ਅ ਗੇਟਵੇ ਟੂ ਦ ਨਾਰਥ ਵੈਸਟ ਇਨਕਲੂਡਿੰਗ ਸੈਂਟਰਲ ਏਸ਼ੀਆ। ਟੈਕਸਿਲਾ ਸੀਗਾ ਜਿਹੜਾ ਉਹ ਨਾਰਥ ਵੈਸਟ ਦਾ ਗੇਟਵੇ ਆ, ਉਹਦੇ ਵਿੱਚ ਸੈਂਟਰਲ ਏਸ਼ੀਆ ਵੀ ਇਨਕਲੂਡ ਹੁੰਦਾ। ਵਾਈਲ ਉਜੈਨ ਲੇ ਔਨ ਦਾ ਰੂਟ ਫਰੋਮ ਨਾਰਥ ਟੂ ਸਾਊਥ ਇੰਡੀਆ। ਜਿਹੜਾ ਉਜੈਨ ਆ ਉਹ ਨਾਰਥ ਤੋਂ ਸਾਊਥ ਇੰਡੀਆ ਵੱਲ ਨੂੰ ਰੂਟ ਹੈ ਉਸਦਾ। ਮਰਚੈਂਟਸ, ਆਫੀਸ਼ੀਅਲਸ ਐਂਡ ਕਰਾਫਟ ਪਰਸਨਸ ਪ੍ਰੋਬੇਬਲੀ ਲਿਵਡ ਇਨ ਦੀਜ਼ ਸਿਟੀਜ਼। ਇਹਨਾਂ ਸਿਟੀਜ਼ ਦੇ ਵਿੱਚ ਕਿਹੜੇ ਲੋਕ ਰਹਿੰਦੇ ਸੀ? ਮਰਚੈਂਟਸ,
ऑफिशियल्स ते क्राफ्ट पर्सनस। इन अदर एरियाज देयर वर विलेजेस ऑफ फार्मर्स एंड हर्डर्स। होर एरिया दे विच कौन रहिंदे सी? पिंडां दे विच फार्मर ते हर्डर रहिंदे सी, चरवाहे। इन सम एरिया सच एज सेंट्रल इंडिया देयर वर फॉरेस्ट। सेंट्रल इंडिया दे विच की सी? जंगल सीगे जिथे लोग गैदर करते सी फॉरेस्ट प्रोड्यूस, हंट करते सी एनीमल्स नू फूड दे लई। पीपल इन डिफरेंट पार्ट्स ऑफ द अंपायर स्पोक, अलग अलग वो लैंग्वेज बोलते सी, स्पोक डिफरेंट लैंग्वेजेस। दे प्रोबेबली एट डिफरेंट काइंड्स ऑफ फूड एंड बोर डिफरेंट काइंड्स ऑफ क्लोथ्स एज वैल। अलग अलग जिहड़े लोग उत्थे रहिंदे सी अलग अलग किंगडम दे विच, वो अलग अलग तरह के लैंग्वेज बोलते सी, अलग अलग तरह का खाना खाते सी ते अलग अलग तरह के क्लोथ्स पहनते सी। हाउ आर इंपायर्स डिफरेंट फ्रॉम किंगडम्स? जिहड़ियां अंपायर्स ने वो किंगडम्स नालों किवें डिफरेंट हुंदियां ने? एंपरर्स नीड मोर रिसोर्सिस दैन किंग्स। जिहड़े एंपरर्स ने उन्होंने ज़्यादा रिसोर्सिस चाहिए ने किंग्स दे नालों, बिकॉज इंपायर्स आर लार्जर दैन किंगडम्स। जिहड़े अंपायर्स ने वो किंगडम्स नालों ज़्यादा वड्डे हुंदे ने। एंड नीड टू बी प्रोटैक्टड बाय बिग आर्मीज़, ते इन्हां नूं बिग आर्मीज़ ने प्रोटैक्ट करना हुंदा है। सो आल्सो दे नीड ए लार्जर नंबर ऑफ ऑफिशियल्स हू कलैक्ट टैक्सिस, ते उन्हां नूं बहुत नंबर ऑफ ज़्यादा नंबर दे विच ऑफिसर्स चाहिए ने जिहड़े टैक्स कलैक्ट कर सकन। नैक्सट हैगा रूलिंग द अंपायर। एज द अंपायर वाज सो लार्ज, ज्यों ज्यों अंपायर वड्डा हुंदा जांदा है, डिफरेंट पार्ट्स वर रूल्ड डिफरेंटली। जिहड़े डिफरेंट पार्ट ने वो अलग अलग तरह रूल किए जाते हैं, उत्थे अलग अलग तरह ना राज किया जाता है। द एरिया अराउंड पाटलीपुत्रा वाज अंडर द डायरैक्ट कंट्रोल ऑफ एंपरर। राजे दे सीधा कंट्रोल दे विच सीगा पाटलीपुत्र। दिस मैंट दैट ऑफिशियल्स वर अपॉइंटेड टू कलैक्ट टैक्सिस। जिहड़े ऑफिशियल सीगे वो अपॉइंट किए जाते सी टैक्स कलैक्ट करन दे लई। किन्ना तो टैक्स कलैक्ट हुंदा सी? फार्मर्स, हार्डर्स, क्राफ्ट परसनस एंड ट्रेडर्स, जिहड़े कित्थे रहिंदे सी? विलेजिस दे विच ते टाउनस दे विच, उस एरिया दे। ऑफिशियल्स आल्सो पनिश्ड दोज हू डिसओबेड द रूलर्स ऑर्डर। जिहड़े रूलर दे ऑर्डर नूं भंग करदे सी, डिसओबे करदे सी, उन्हां नूं सज़ा मिलदी सी, पनिशमेंट मिलदी सी। मैनी ऑफ दीज ऑफिशियल्स वर गिवन सैलरीज। बहुत जाणियां नूं तनख्वाहां भी मिलदियां सी। मैसेंजर्स वेंट टू एंड फ्रो एंड स्पाइस कैप्ट ए वॉच ऑन द ऑफिशियल्स। जिहड़े मैसेंजर सीगे ਉਹ ਕੀ ਕਰਦੇ ਸੀ? दूर दूर तक जाते सी। एंड जिहड़े स्पाइस सीगे कैप्ट ए वॉच ऑन द ऑफिशियल्स। ऑफिशियल्स के उपर वो स्पाइस सीगे जिहड़े वो उन्हां दे उपर अख रखते सी। एंड ऑफ कोर्स द एंपरर सुपरवाइज्ड दैम ऑल। जिहड़ा एंपरर सीगे उस टाइम दे उन्हां नूं सुपरवाइज करते सी, उन्हां नूं गाइड करते सी विद द हैल्प ऑफ द मैंबरस ऑफ द रॉयल फैमिली एंड सीनियर मिनिस्टर्स। जिहड़े सीनियर मिनिस्टर ते रॉयल फैमिली दे मैंबर हुंदे सी उन्हां दी हैल्प दे नाल। देयर वर अदर एरियाज और प्रोविंसिस। होर एरियाज ते प्रोविंसिस सीगियां। ईच ऑफ दीज वर रूल्ड फ्रॉम ए प्रोविंशनल कैपिटल सच एज जिवें टैक्सिला और उज्जैन। आल्दो देयर वॉज सम अमाउंट ऑफ कंट्रोल फ्रॉम पाटलीपुत्रा। कुछ कंट्रोल पाटलीपुत्रा तो हुंदा सी ते रॉयल प्रिंसिस सीगे जिहड़े उन्हां नूं उत्थे सेंट एज अ गवर्नर। लोकल कस्टम्स रूल्स वर प्रोबेबली फॉलोड। बिसाइड्स देयर वर वास्ट एरियाज बिटवीन दीज सेंटर्स। इन्हां एरिया दे विच बहुत संघनी मतलब कि एरिया सीगे ये इन्हां सेंटर्स दे विचकार। हेयर द मौर्यस ट्राई टू कंट्रोल रोड्स रिवर्स विच वर इंपॉर्टेंट फॉर ट्रांसपोर्ट। जिहड़े कादे लई इंपॉर्टेंट सीगे? ट्रांसपोर्ट दे लई। टू कलैक्ट वट एवर रिसोर्सिस वर अवेलेबल एज टैक्स एंड ट्रिब्यूट। जिहड़े किहड़े रिसोर्सिस ने जिहड़े वो टैक्स लई ते ट्रिब्यूट मतलब दान देण दे लई वो जरूरी सीगे। फॉर एग्जाम्पल द अर्थशास्त्र टेलस। अर्थशास्त्र सानू की दसदी आ? नॉर्थ वैस्ट जिहड़ा सीगा वो इंपॉर्टेंट सी ब्लैंकेट्स वास्ते। जिहड़ा साउथ इंडिया सी वो अपने गोल्ड ते प्रीशियस स्टोन्स वास्ते मशहूर सीगा। इट इज़ पॉसिबल दैट दीज रिसोर्सिस वर कलैक्टेड एज ट्रिब्यूट। नैक्सट आ गया जी ट्रिब्यूट की हुंदा है? अनलाइक टैक्सीज विच वर कलैक्टेड ऑन ए रेगूलर बेसिस। जिहड़े रेगूलर बेसिस ते कलैक्ट किए जाते हैं। ट्रिब्यूट वॉज कलैक्टेड एज एंड वैन इट वॉज पॉसीबल फ्रॉम पीपल हू गेव ए वराइटी ऑफ थिंग्स मोर और लैस विलिंगली। जिहड़े मतलब कि वो अपनी मर्जी दे नाल थोड़ा जा बहुता दान कर दिंदे सी, दे दिंदे सी, ठीक है, मना नहीं सी करदे। देयर वर आल्सो द फॉरेस्टेड रीजनस। फॉरेस्ट रीजन भी सीगे उत्थे। पीपल जिहड़े इस एरिया दे विच रहिंदे सी वो इंडिपेंडेंट सी, ज़्यादा जां घट।
but may have been expected to provide elephants, timber, honey and wax to Mauryan officials. Mauryan officials ਕੋਲੇ ਉਹਨਾਂ ਨੂੰ elephant, timber, honey ਤੇ wax ਲੈ ਕੇ ਆਣੀ ਪੈਂਦੀ ਸੀ। ਨੈਕਸਟ ਹੈਗਾ ਜੀ ਅਸ਼ੋਕਾ ਆ ਯੂਨੀਕ ਰੂਲਰ। ਅਸ਼ੋਕਾ ਸੀ ਜਿਹੜਾ ਉਹ ਇੱਕ ਯੂਨੀਕ ਰੂਲਰ ਸੀ। ਦ ਮੋਸਟ ਫੇਮਸ Mauryan ruler was ਅਸ਼ੋਕਾ। He was the first ruler who tried to take his message to the people through inscriptions। ਇਹ ਪਹਿਲੇ ਰੂਲਰ ਸੀਗੇ ਅਸ਼ੋਕਾ ਜਿਨ੍ਹਾਂ ਨੇ ਇਨਸਕ੍ਰਿਪਸ਼ਨਸ ਦੇ ਥਰੂ ਲੋਕਾਂ ਨੂੰ ਮੈਸੇਜ ਦਿੱਤਾ। ਇਨਸਕ੍ਰਿਪਸ਼ਨਸ ਕੀ ਹੁੰਦੀਆਂ ਜਿਹੜੀਆਂ ਸਟੋਨਸ ਦੇ ਉੱਪਰ ਲਿਖੀਆਂ ਜਾਂਦੀਆਂ ਨੇ। ਮੋਸਟ ਆਫ ਅਸ਼ੋਕਾਜ਼ ਇਨਸਕ੍ਰਿਪਸ਼ਨਸ ਵਾਰੇ ਨਾ ਹਾਂਜੀ ਮੋਸਟ ਆਫ ਜਿਹੜੀਆਂ ਇਨਸਕ੍ਰਿਪਸ਼ਨ ਸੀਗੀਆਂ ਉਹ ਕਿਹੜੀ ਲੈਂਗੁਏਜ ਦੇ ਵਿੱਚ ਸੀ ਪ੍ਰਾਕਿਰਤ ਐਂਡ ਵਰ ਰਿਟਨ ਇਨ ਬ੍ਰਹਮੀ ਸਕ੍ਰਿਪਟ। ਠੀਕ ਹੈ ਜੀ ਬ੍ਰਹਮੀ ਸਕ੍ਰਿਪਟ ਦੇ ਵਿੱਚ ਜਾਂ ਪ੍ਰਾਕਿਰਤ ਲੈਂਗੁਏਜ ਯੂਜ਼ ਕਰਕੇ ਇਨਸਕ੍ਰਿਪਸ਼ਨ ਸੀਗੀਆਂ ਜਿਹੜੀਆਂ ਉਹ ਲਿਖੀਆਂ ਜਾਂਦੀਆਂ ਸੀਗੀਆਂ ਹੱਥ ਨਾਲ ਲਿਖੀਆਂ ਜਾਂਦੀਆਂ ਸੀਗੀ ਜਿਹੜੀਆਂ। ਨੈਕਸਟ ਹੈਗਾ ਅਸ਼ੋਕਾਜ਼ ਵਾਰ ਇਨ ਕਲਿੰਗਾ। ਅਸ਼ੋਕਾ ਦੀ ਵਾਰ ਕਲਿੰਗਾ ਦੇ ਵਿੱਚ ਕਿਵੇਂ ਸਟਾਰਟ ਹੋਈ ਔਰ ਕਿਵੇਂ ਉਹਨੇ ਲੜਾਈ ਲੜੀ। ਕਲਿੰਗਾ ਇਜ਼ ਦਾ ਐਂਸ਼ੀਐਂਟ ਨੇਮ ਆਫ ਕੋਸਟਲ ਉੜੀਸਾ। ਕੋਸਟਲ ਉੜੀਸਾ ਦਾ ਕਲਿੰਗਾ ਪਹਿਲਾ ਨੇਮ ਆ। ਉੜੀਸਾ ਨੂੰ ਪਹਿਲਾਂ ਕਲਿੰਗਾ ਕਹਿੰਦੇ ਸੀ। ਅਸ਼ੋਕਾ ਫੌਟ ਏ ਵਾਰ ਟੂ ਕੰਕਰ ਕਲਿੰਗਾ। ਅਸ਼ੋਕਾ ਨੇ ਲੜਾਈ ਲੜੀ ਕਲਿੰਗਾ ਨੂੰ ਜਿੱਤਣ ਦੇ ਲਈ। ਹਾਊਐਵਰ ਹੀ ਵਾਸ ਸੋ ਹੌਰੀਫਾਈਡ ਵੈਨ ਹੀ ਸੌ ਦਾ ਵਾਇਲੈਂਸ ਐਂਡ ਬਲੱਡ ਸ਼ੈਡ ਦੈਟ ਹੀ ਡਿਸਾਈਡਡ ਨਾਟ ਟੂ ਫਾਈਟ ਐਨੀ ਮੋਰ ਵਾਰਸ। He is the only king in the history of the world who gave up conquest after winning a war। ठीक है जी ਅਸ਼ੋਕਾ ਸਿਰਫ ਇੱਕ ਇਹੋ ਜਿਹਾ ਰਾਜਾ ਸੀ ਜਿਹੜਾ ਮਤਲਬ ਕਿ ਉਸ ਟਾਈਮ ਦੀ ਜਦੋਂ ਇੰਨੀ ਜ਼ਿਆਦਾ ਉੱਥੇ ਵਾਇਲੈਂਸ ਹੋ ਗਈ ਲੋਕਾਂ ਦਾ ਖੂਨ ਵਹਿਆ ਤਾਂ ਉਸਨੇ ਡਿਸਾਈਡ ਕਰ ਲਿਆ ਵੀ ਹੁਣ ਉਹ ਕੋਈ ਵੀ ਲੜਾਈ ਨਹੀਂ ਲੜੇਗਾ। ਸਿਰਫ ਇੱਕ ਉਹੀ ਰਾਜਾ ਸੀ ਹਿਸਟਰੀ ਦਾ ਵਰਲਡ ਦੇ ਵਿੱਚ ਜਿਸ ਨੇ ਲੜਾਈਆਂ ਲੜਨ ਤੋਂ ਮਨਾ ਕਰ ਦਿੱਤਾ।